ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਜਿੱਥੇ ਮੋਦੀ ਖਾਨੇ ਦੇ ਵਿੱਚ ਨੌਕਰੀ ਕਰਦੇ ਹੈ, ਉੱਥੇ ਨਾਲ ਨਾਲ ਸਿੱਖ ਸੰਗਤਾਂ ਨੂੰ ਪਾਵਨ ਉਪਦੇਸ਼ ਦੇ ਕੇ ਸ਼ਾਮ ਦੇ ਵਕਤ ਜਦੋਂ ਸੁੰਦਰ ਦੀਵਾਨ ਸਜਦਾ ਹੈ, ਸਿੱਖ ਸੰਗਤਾਂ ਆਣ ਕੇ ਦੀਵਾਨ ਵਿੱਚ ਬੈਠਦੀਆਂ, ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਦੀਆਂ। ਸੁਲਤਾਨਪੁਰ ਲੋਧੀ ਦੇ ਨੇੜੇ ਹੀ ਪਿੰਡ ਮਲਸੀਹਾਂ, ਇਸ ਨਗਰ ਦਾ ਰਹਿਣ ਵਾਲਾ ਜੋ ਪਿੰਡ ਦਾ ਚੌਧਰੀ ਸੀ, ਜਿਹਦਾ ਨਾਂ ਭਗੀਰਥ ਹੈ, ਜਿਹੜਾ ਪਹਿਲਾਂ ਦੇਵੀ ਦੇ ਦਰਸ਼ਨ ਕਰਨ ਵਾਸਤੇ ਜਾਂਦਾ, ਦੇਵੀ ਦੀ ਯਾਤਰਾ ਕਰਨ ਵਾਸਤੇ ਜਾਂਦਾ, ਕਾਲੀ ਦੇਵੀ ਦੀ ਪੂਜਾ ਕਰਦਾ, ਮਨ ਅੰਦਰ ਲਾਲਸਾ ਹੈ, ਮਨ ਅੰਦਰ ਸ਼ਾਂਤੀ ਆ ਜਾਵੇ, ਮਨ ਅੰਦਰ ਟਿਕਾ ਆ ਜਾਵੇ। ਪਰ ਜਦੋਂ ਕਿਧਰਿਓਂ ਟਿਕਾ ਨਹੀਂ ਮਿਲਿਆ ਤੇ ਜਦੋਂ ਕਿਸੇ ਨੇ ਸਮਝਾਇਆ, ਦੱਸਿਆ ਕਿ ਸੁਲਤਾਨਪੁਰ ਦੇ ਵਿੱਚ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਮੋਦੀ ਖਾਨੇ ਦੇ ਵਿੱਚ ਸ਼ੁਭਾਇਮਾਨ ਹੈ, ਜੇ ਤੂੰ ਮਨ ਦੀ ਸ਼ਾਂਤੀ ਚਾਹੁੰਦਾ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਚਲਿਆ ਜਾ। ਭਾਈ ਭਗੀਰਥ ਆਪਣੇ ਘਰ ਨੂੰ ਛੱਡ ਕੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆਉਣ ਲੱਗਾ, ਪਿੰਡ ਵਾਲਿਆਂ ਨੇ ਰੋਕਿਆ ਵੀ ਤੂੰ ਚੌਧਰੀ ਹੈ ਪਿੰਡ ਦਾ, ਘਰ ਦੇ ਮੈਂਬਰਾਂ ਨੇ, ਪਰਿਵਾਰ ਨੇ ਰੋਕਿਆ, ਪਰ ਉਹਨੇ ਕਿਸੇ ਦੀ ਪਰਵਾਹ ਨਹੀਂ ਕੀਤੀ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆ ਗਿਆ। ਸਤਿਗੁਰੂ ਉਸ ਵਕਤ ਮੋਦੀ ਖਾਨੇ ਦੇ ਵਿੱਚ ਸ਼ੁਭਾਇਮਾਨ ਸਨ। ਆਣ ਕੇ ਚਰਨਾਂ ਦੇ ਉੱਪਰ ਡਿੱਗ ਪਿਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮੋਢਿਆਂ ਤੋਂ ਪਕੜ ਕੇ ਬੜੇ ਪਿਆਰ ਦੇ ਨਾਲ ਉਠਾਇਆ, ਉਠਾ ਕੇ ਤੇ ਪੁੱਛਿਆ ਵੀ ਆ ਪੁਰਖਾ ਕੀ ਗੱਲ ਹੈ। ਭਾਈ ਭਗੀਰਥ ਆਖਦਾ ਏ, ਸਤਿਗੁਰੂ ਜੀ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ, ਮੈਨੂੰ ਸ਼ਰਨ ਵਿੱਚ ਆਏ ਨੂੰ ਰੱਖ ਲਓ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੀਸ ਤੇ ਹੱਥ ਰੱਖਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੰਗਤ ਕਰਨ ਲੱਗਿਆ। ਸਹਿਜੇ ਸਹਿਜੇ ਸੰਗਤ ਦੀ ਰੰਗਤ ਇਹਦੇ ਤੇ ਚੜ੍ਹਨ ਲੱਗ ਗਈ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਹਰ ਹੁਕਮ ਨੂੰ ਸੱਤ ਕਰਕੇ ਮੰਨਣ ਲੱਗ ਗਿਆ। ਇਹਨਾਂ ਹੀ ਦਿਨਾਂ ਦੇ ਵਿੱਚ ਭਾਈ ਮਰਦਾਨਾ ਜੀ ਤਲਵੰਡੀ ਤੋਂ ਆਉਂਦੇ ਹੈ, ਆਣ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮਿਲਦੇ ਹੈ, ਮਿਲਾਪ ਹੁੰਦਾ ਹੈ। ਜਦੋਂ ਆਣ ਕੇ ਮਰਦਾਨਾ ਜੀ ਨੇ ਨਮਸਕਾਰ ਕੀਤੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪੁੱਛਿਆ ਤੇ ਮਰਦਾਨੇ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਬਾਬਾ ਤੁਸੀਂ ਮੈਨੂੰ ਕਿਹਾ ਸੀ ਕਿ ਮੰਗਣਾ ਨਹੀਂ ਹੈ, ਮੈਂ ਆਪ ਜੀ ਦਾ ਹੁਕਮ ਮੰਨ ਕੇ ਮੰਗਣਾ ਛੱਡ ਦਿੱਤਾ। ਹੁਣ ਮੈਂ ਰਾਜੇ ਮਹਾਰਾਜੇ ਦੁਨਿਆਵੀ ਲੋਕਾਂ ਦੀ, ਉਹਨਾਂ ਦੀ ਉਸਤਤ ਨਹੀਂ ਕਰਦਾ। ਹੁਣ ਮੈਂ ਲੋਕਾਂ ਦੇ ਕੋਲੋਂ ਹੱਥ ਢਾ ਕੇ ਮੰਗਦਾ ਨਹੀਂ ਆ। ਘਰ ਦਾ ਗੁਜ਼ਾਰਾ ਤੇ ਵਧੀਆ ਚੱਲਦਾ ਏ, ਪਰ ਹੁਣ ਮੇਰੇ ਘਰ ਦੇ ਵਿੱਚ ਮੇਰੀ ਬੱਚੀ, ਮੇਰੀ ਧੀ ਦਾ ਵਿਆਹ ਏ ਤੇ ਉਹਦੇ ਵਾਸਤੇ ਮੈਨੂੰ ਬਹੁਤ ਕੁਝ ਦੀ ਜ਼ਰੂਰਤ ਹੈ, ਜੋ ਐਵੇਂ ਮੈਨੂੰ ਜਿਹੜੀ ਹੈ ਮੇਰੇ ਕੋਲੋਂ ਉਹ ਸਾਰਾ ਕੁਝ ਭਾਰ ਜਿਹੜਾ ਉਹ ਨਹੀਂ ਚੁੱਕਿਆ ਜਾ ਸਕਦਾ, ਮੈਂ ਸਾਰਾ ਕੁਝ ਕਰਨ ਦੇ ਸਮਰੱਥ ਨਹੀਂ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਵਕਤ ਕੋਲ ਬੈਠੇ ਹੋਏ ਭਾਈ ਭਗੀਰਥ ਨੂੰ ਕਿਹਾ, ਭਗੀਰਥ ਵਿਆਹ ਦੇ ਵਾਸਤੇ ਜੋ ਕੁਝ ਜ਼ਰੂਰੀ ਸਮਾਨ ਹੈ ਉਹ ਸਾਰਾ ਕੁਝ ਤੂੰ ਪਰਚੀ ਦੇ ਉੱਪਰ ਲਿਖ, ਲਾਹੌਰ ਦੇ ਵਿੱਚੋਂ ਸਾਰਾ ਸਮਾਨ ਲੈ ਕੇ ਆਉਣਾ, ਇੱਕ ਰਾਤ ਉੱਥੇ ਠਹਿਰੀ, ਅਗਲੇ ਦਿਨ ਛੇਤੀ ਦੇ ਨਾਲ ਸਾਰਾ ਸਮਾਨ ਲੈ ਕੇ ਵਾਪਸ ਆ ਜਾਵੇਂ। ਕਵੀ ਸੰਤੋਖ ਸਿੰਘ ਕਹਿੰਦੇ ਕਿ ਭਾਈ ਭਗੀਰਥ ਜੀ ਨੇ ਪਰਚੀ ਦੇ ਉੱਪਰ ਉਹ ਸਾਰਾ ਕੁਝ ਲਿਖ ਲਿਆ, ਪੈਸੇ ਲਏ ਹੈ ਤੇ ਲਾਹੌਰ ਦੇ ਵੱਲ ਨੂੰ ਤੁਰ ਪਿਆ ਹੈ। ਭਾਈ ਮਰਦਾਨਾ ਜੀ ਦੀ ਬੱਚੀ ਦੇ ਵਿਆਹ ਵਾਸਤੇ ਸਾਜੋ ਸਮਾਨ ਲੈਣ ਵਾਸਤੇ, ਵਸਤੂਆਂ ਲੈਣ ਵਾਸਤੇ, ਚੀਜ਼ਾਂ ਲੈਣ ਵਾਸਤੇ ਜਦੋਂ ਲਾਹੌਰ ਪਹੁੰਚਦਾ ਤੇ ਉੱਥੇ ਉਹਨੂੰ ਇੱਕ ਵੱਡਾ ਵਪਾਰੀ ਮਿਲਦਾ ਹੈ, ਜਿਹਦਾ ਨਾਮ ਮਨਸੁਖ ਹੈ। ਮਨਸੁਖ ਜਿਹੜਾ ਉਹਨੂੰ ਜਾ ਕੇ ਪਰਚੀ ਦਿਖਾਉਂਦਾ ਹੈ ਵੀ ਇਹ ਸਮਾਨ ਚਾਹੀਦਾ ਹੈ।
ਮਨਸੁਖ ਨੇ ਕਿਹਾ ਵੀ ਤੈਨੂੰ ਬਾਕੀ ਦਾ ਸਮਾਨ ਤੇ ਮਿਲ ਜਾਏਗਾ, ਲੇਕਿਨ ਇਹ ਚੂੜਾ ਜਿਹੜਾ ਛੇਤੀ ਨਹੀਂ ਮਿਲਣਾ, ਤੈਨੂੰ 2 ਦਿਨ ਲੱਗ ਸਕਦੇ ਐ। ਭਗੀਰਥ ਕਹਿੰਦਾ ਨਹੀਂ, ਮੇਰੇ ਗੁਰੂ ਦਾ ਹੁਕਮ ਹੈ ਕਿ ਇੱਕੋ ਰਾਤ ਠਹਿਰਨਾ ਇੱਥੇ। ਮਨਸੁਖ ਜਿਹੜਾ ਮੁਸਕਰਾ ਕੇ ਕਹਿਣ ਲੱਗਿਆ, ਕਹਿੰਦਾ ਅੱਜ ਦੇ ਸਮੇਂ 'ਚ ਕਿਹੜਾ ਗੁਰੂ ਹੈ, ਇੱਥੇ ਤਾਂ ਸਾਰੇ ਝੂਠੇ ਇਕੱਠੇ ਕੀਤੇ। ਕਲਯੁਗ ਦਾ ਭਿਆਨਕ ਜ਼ੋਰ ਹੈ, ਇੱਥੇ ਕੂੜ ਹੈ ਸਾਰਾ ਕੁਝ। ਭਗੀਰਥ ਕਹਿੰਦਾ ਨਹੀਂ, ਫਿਰ ਤੈਨੂੰ ਭੁਲੇਖਾ ਹੋਵੇਗਾ। ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਕਲਯੁਗ ਨੂੰ ਤਾਰਨ ਵਾਸਤੇ ਆਏ ਹੈ। ਕਹਿੰਦਾ ਮੈਂ ਕਿਵੇਂ ਯਕੀਨ ਕਰਾਂ, ਮੈਂ ਇਵੇਂ ਯਕੀਨ ਨਹੀਂ ਕਰ ਸਕਦਾ। ਬੜਿਆਂ ਤੇ ਅੱਜ ਤੱਕ ਵਿਸ਼ਵਾਸ ਕਰਕੇ ਵੇਖਿਆ, ਹਮੇਸ਼ਾ ਧੋਖਾ ਮਿਲਿਆ ਹੈ। ਭਗੀਰਥ ਕਹਿੰਦਾ ਫਿਰ ਇੱਕ ਵਾਰੀ ਹੁਣ ਤੂੰ ਯਕੀਨ ਕਰਕੇ ਦੇਖ। ਉਸ ਤੋਂ ਬਾਅਦ ਮਨਸੁਖ ਕਿਵੇਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆਵੇਗਾ। ਕਵੀ ਸੰਤੋਖ ਸਿੰਘ ਜੀ ਸਾਨੂੰ ਕੀ ਸਮਝਾ ਰਹੇ ਨੇ। ਅੱਜ ਦੀ ਇਸ ਲੜੀਵਾਰ ਇਤਿਹਾਸ ਦੀ ਵਿਚਾਰ ਨਾਲ ਜੁੜਨ ਵਾਸਤੇ ਆਪ ਸਮੂਹ ਸੰਗਤ ਰਸਨਾ ਤੋਂ ਉਚਾਰਨ ਕਰਿਓ। ਸਾਰੇ ਆਖਿਓ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ। ਕਹਿਤ ਭਗੀਰਥ ਸ਼ਾਹੋ ਸੁਨੀਜੈ, ਹਿਰਦੇ ਕੋ ਤਰਕਨ ਦੂਰ ਕਰੀਜੈ। ਭਾਈ ਭਗੀਰਥ ਜੀ ਕਹਿਣ ਲੱਗੇ, ਕਹਿੰਦੇ ਕਿ ਮਨਸੁਖ ਆਪਣੇ ਮਨ ਦੇ ਵਿੱਚ ਜੋ ਤੇਰੇ ਮਨ ਵਿੱਚ ਸ਼ੰਕੇ ਹੈ, ਜੋ ਤੇਰੇ ਮਨ ਦੇ ਵਿੱਚ ਪਹਿਲਾਂ ਦੀਆਂ ਭਰੀਆਂ ਹੋਈਆਂ ਗਲਤ ਫਹਿਮੀਆਂ, ਉਹਨਾਂ ਸਾਰਿਆਂ ਦਾ ਤਿਆਗ ਕਰ ਦੇ। ਸ਼ਰਧਾ ਧਾਰ ਦੇਖੀਏ ਦਰਸ਼ਨ, ਬਿਨੇ ਸਹਿਤ ਕੀ ਜੇ ਪਗ ਪਰਸਨ। ਕਹਿਣ ਲੱਗੇ ਬੜੀ ਸ਼ਰਧਾ ਦੇ ਨਾਲ ਤੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕਰ। ਜੇ ਤੂੰ ਸ਼ਰਧਾ ਦੇ ਨਾਲ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਛੂਹ ਲਵੇਂਗਾ ਨਾ, ਫਿਰ ਦੇਖੀ ਤੈਨੂੰ ਕਿਸ ਕਿਸ ਚੀਜ਼ ਦੀ ਪ੍ਰਾਪਤੀ ਹੋਵੇਗੀ। ਬਚਨ ਸੁਨ ਪ੍ਰਾਪਤ ਹੈ ਸ਼ਾਂਤਾ, ਨਿਜ ਸਰੂਪ ਵੀ ਪਾਵੇ ਗਿਆਤਾ। ਕਹਿਣ ਲੱਗੇ ਕਿ ਜਦੋਂ ਤੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਸੁਣੇਗਾ ਨਾ, ਤੇ ਤੇਰੇ ਮਨ ਦੇ ਵਿੱਚ ਆਪਣੇ ਆਪ ਸ਼ਾਂਤੀ ਆ ਜਾਵੇਗੀ, ਤੇਰੇ ਮਨ 'ਚ ਟਿਕਾ ਵੀ ਆ ਜਾਏਗਾ। ਤੈਨੂੰ ਗੁਰੂ ਦਾ ਗਿਆਨ ਜਿਹੜਾ ਹੈ ਨਾ, ਉਹਦੀ ਵੀ ਪ੍ਰਾਪਤੀ ਹੋ ਜਾਵੇਗੀ, ਤੈਨੂੰ ਗਿਆਨ ਦੀ ਪ੍ਰਾਪਤੀ ਵੀ ਹੋਵੇਗੀ। ਕਰ ਕਲਾ ਚੈਤ ਤੁਮ ਦੇਖਾ, ਜੈ ਕਛ ਬਾਤ ਨ ਤਹਾਂ ਵਸ਼ੇਖਾ। ਭਗੀਰਥ ਕਹਿਣ ਲੱਗੇ, ਕਹਿੰਦਾ ਮਨਸੁਖ ਜੇ ਕੋਈ ਕਲਾ ਵੇਖਣੀ ਹੈ ਨਾ, ਉਹ ਵੀ ਕੋਈ ਵੱਡੀ ਬਾਤ ਨਹੀਂ ਹੈ ਉੱਥੇ, ਉਹ ਵੀ ਨਿੱਕੀ ਜੀ ਗੱਲ ਹੈ। ਕਲਾ ਵੀ ਉੱਥੇ ਜਿਹੜੀਆਂ ਵਾਧੂ ਤੁਰੀਆਂ ਫਿਰਦੀਆਂ ਗੁਰੂ ਨਾਨਕ ਸਾਹਿਬ ਦੇ ਘਰ ਅੰਦਰ, ਕਿਉਂਕਿ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਹੈ ਹੀ ਉਹ ਸੀ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ ਸਾਰੀਆਂ ਤਾਕਤਾਂ ਲੈ ਕੇ ਆਏ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਸਾਰੀਆਂ ਤਾਕਤਾਂ, ਸਾਰੀਆਂ ਬਖਸ਼ਾਂ, ਅਨੰਤ ਕਲਾਂ ਲੈ ਠਾਕੁਰ ਚੜ੍ਹਿਆ, ਸਾਰੀਆਂ ਕਲਾਂ ਲੈ ਕੇ ਆਏ ਸੀ। ਤੇ ਕਵੀ ਸੰਤੋਖ ਸਿੰਘ ਜੀ ਕਹਿ ਰਹੇ ਨੇ, ਕਹਿੰਦੇ ਫਿਰ ਕਿਹਾ ਗਿਆ, ਭਗੀਰਥ ਆਖਦਾ ਕਿ ਮਨਸੁਖ ਜੇ ਕੋਈ ਕਲਾ ਵੇਖਣੀ ਤੇ ਕੋਈ ਵੱਡੀ ਬਾਤ ਨਹੀਂ ਹੈ, ਉਹ ਵੀ ਤੂੰ ਵੇਖ ਸਕਦਾ ਹੈ। ਉਦਤ ਨਿਕਟ ਦੇ ਜਲ ਕਨ ਜੋਈ, ਜਾਚੇ ਤਹਾਂ ਨ ਘਾਟੇ ਕੋਈ। ਕਹਿਣ ਲੱਗੇ ਸਮੁੰਦਰ ਦੇ ਕੋਲ ਜਾ ਕੇ ਕੋਈ ਪਾਣੀ ਲੱਭਦਾ ਫਿਰੇ, ਕਣੀਆਂ ਲੱਭਦਾ ਫਿਰੇ, ਜਲ ਲੱਭਦਾ ਫਿਰੇ, ਇਹ ਤਾਂ ਨਹੀਂ ਨਾ ਹੋ ਸਕਦਾ। ਐਡਾ ਵੱਡਾ ਸਮੁੰਦਰ ਹੈ, ਉਹਦੇ ਵਿੱਚ ਪਾਣੀ ਓ ਪਾਣੀ ਹੈ, ਉੱਥੇ ਪਾਣੀ ਲੱਭਣ ਦੀ ਕੋਈ ਲੋੜ ਨਹੀਂ ਹੁੰਦੀ। ਨਿਸ਼ਚਾ ਕਰ ਚੱਲ ਮੁਝ ਸੰਗਾ, ਪੂਰੇ ਸਤਿਗੁਰ ਤੋਰਿਉਂਗਾ। ਇੱਦਾਂ ਹੀ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਸਮੁੰਦਰ ਦੀ ਤਰ੍ਹਾਂ ਹੈ, ਜਿਹੋ ਜੀ ਇੱਛਾ ਲੈ ਕੇ ਤੂੰ ਜਾਵੇਂਗਾ, ਉਹੋ ਜੀ ਤੈਨੂੰ ਬਖਸ਼ਿਸ਼ ਜਿਹੜੀ ਹੈ ਉਹ ਪ੍ਰਾਪਤ ਹੋਵੇਗੀ। ਭਾਈ ਭਗੀਰਥ ਮਨਸੁਖ ਜੀ ਨੂੰ ਸਮਝਾਉਂਦੇ ਹਨ। ਮਨਸੁਖ ਸੁਨ ਕਰ ਸਰੋਨਨ ਬੈਨਾ, ਚਲਨ ਚਾਹੇਗੀ ਢੇਗੁ ਨੈਣਾ। ਜਦੋਂ ਉਹਨੇ ਇੰਨੀਆਂ ਸਿਫਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਸੁਣ ਲਈਆਂ, ਮਨਸੁਖ ਦੇ ਮਨ ਅੰਦਰ ਵੀ ਖਿਆਲ ਆ ਗਿਆ, ਕਹਿੰਦਾ ਜੇ ਇੰਨੀਆਂ ਹੀ ਸਿਫਤਾਂ ਕਰਦਾ ਏ ਆਪਣੇ ਗੁਰੂ ਦੀਆਂ, ਤੇ ਕਿਉਂ ਨਾ ਐਸੇ ਗੁਰੂ ਨੂੰ ਜਾ ਕੇ ਵੇਖ ਲੈਣਾ ਚਾਹੀਦਾ ਹੈ। ਆਪਸ ਮਾਈ, ਅਸਨ ਜੋ ਜੇ ਸੈਨ ਤਨਾਹੀ। ਕਹਿਣ ਲੱਗੇ ਫਿਰ ਰਾਤ ਦਾ ਸਮਾਂ ਹੋ ਗਿਆ, ਦੋਵਾਂ ਨੇ ਭੋਜਨ ਛਕਿਆ ਹੈ, ਆਪਸ ਵਿੱਚ ਬਚਨ ਬਲਾਸ ਕੀਤੇ ਹੈ, ਤੇ ਭਾਈ ਭਗੀਰਥ ਜੀ ਵੀ ਜਿਹੜੇ ਸਾਨੂੰ ਵੀ ਜਾ ਕੇ ਸੌਂਗੇ ਹਨ। ਜਦੋਂ ਦਿਨ ਚੜਿਆ, ਦਿਨ ਵੇਲੇ ਭਾਈ ਭਗੀਰਥ ਜੀ ਉੱਠੇ ਹੈ, ਉੱਠ ਕੇ ਉਹਨਾਂ ਨੇ ਇਸ਼ਨਾਨ ਕੀਤਾ ਹੈ। ਤਰ੍ਹਾਂ ਤਰ੍ਹਾਂ ਦੀ ਸਮੱਗਰੀ, ਜੋ ਕੁਝ ਉਸ ਪਰਚੀ 'ਤੇ ਲਿਖਿਆ ਹੋਇਆ ਸੀ, ਉਹਦੇ ਮੁਤਾਬਕ ਸਾਰਾ ਕੁਝ ਖਰੀਦਿਆ ਹੈ, ਤੇ ਇੱਦਾਂ ਕਰਕੇ ਖਰੀਦ ਕੇ ਸਾਰਾ ਸਮਾਨ ਜਿਹੜਾ ਉਹ ਇਕੱਠਾ ਕੀਤਾ ਹੈ।
ਭਗੀਰਥ ਸੰਗਾ, ਇੱਕ ਚੂੜਾ ਮਨ ਸਦਨ ਸੁਰੰਗਾ। ਕਹਿਣ ਲੱਗੇ ਕਿ ਉਦਣ ਫਿਰ ਮਨਸੁਖ ਆਖਦੇ, ਮਨਸੁਖ ਕਹਿੰਦੇ ਭਗੀਰਥ ਇੱਕ ਗੱਲ ਰਹਿ ਗਈ, ਇਹ ਬਾਕੀ ਤੇ ਸਾਰਾ ਸਮਾਨ ਆ ਗਿਆ, ਕੀ ਰਹਿ ਗਿਆ? ਚੂੜਾ ਰਹਿ ਗਿਆ। ਕਹਿੰਦਾ ਕਿ ਇੱਕ ਚੂੜਾ ਮੇਰੇ ਘਰ ਵਿੱਚ ਪਿਆ, ਲਾਲ ਰੰਗ ਦਾ, ਬੜਾ ਸੋਹਣਾ ਹੈ, ਉਹ ਜਿਹੜਾ ਮੇਰੇ ਕੋਲ ਹੀ ਪਿਆ ਹੋਇਆ ਹੈ। ਆਖੋ ਵੇਚਨ ਕਦੋਂ ਕਦਾਏ ਨਾ, ਸੋ ਮੈਂ ਦੇਵੋਤ ਨੇ ਪਾਏ ਨਾ। ਕਹਿਣ ਲੱਗੇ ਕਿ ਉਹ ਮੈਂ ਕਦੇ ਵੇਚਿਆ ਨਹੀਂ, ਮੈਂ ਘਰ ਦੇ ਵਿੱਚ ਸਾਂਭ ਕੇ ਰੱਖਿਆ ਹੋਇਆ ਏ, ਤੇ ਜੇ ਤੂੰ ਕਵੇਂ ਤੇ ਉਹ ਮੈਂ ਤੈਨੂੰ ਭੇਟਾ ਕਰ ਸਕਦਾ ਹਾਂ। ਖਰੀਦਨ ਕੀ ਮਤ ਤੇਰੀ, ਦੂਜੀ ਨਿਸਾ ਬਸਨ ਹੈ ਦੇਰੀ। ਜੇ ਤੂੰ ਦੂਜੀ ਰਾਤ ਨਹੀਂ ਠਹਿਰਨਾ ਚਾਹੁੰਦਾ ਤੇ ਫਿਰ ਇਹ ਵਾਲਾ ਚੂੜਾ ਜਿਹੜਾ ਮੇਰੇ ਘਰ ਵਿੱਚ ਪਿਆ ਏ ਇਹ ਤੂੰ ਲਿਜਾ ਸਕਦਾ ਹੈ, ਤੇ ਜੇ ਤੂੰ ਇੱਕ ਰਾਤ ਹੋਰ ਠਹਿਰ ਜਾਵੇਂ ਫਿਰ ਤੇਰੇ ਵਾਸਤੇ ਚੂੜਾ ਜਿਹੜਾ ਉਹ ਨਵਾਂ ਤਿਆਰ ਕਰਾ ਦੇਵਾਂਗੇ। ਇਹ ਦੋਵੇਂ ਚੀਜ਼ਾਂ ਤੇਰੇ ਸਾਹਮਣੇ ਰੱਖ ਦਿੱਤੀਆਂ, ਦੋਵਾਂ ਦੇ ਵਿੱਚੋਂ ਕਿਹੜੀ ਮੰਨਣੀ ਹੈ ਇਹ ਭਾਈ ਭਗੀਰਥ ਜੀ ਦੀ ਮਰਜ਼ੀ ਹੈ। ਭਗੀਰਥ ਭਾਖੀ ਬਾਣੀ, ਤਸ ਕਰਵੇ ਜਸ ਬਿਦ ਮਨ ਠਾਨੀ। ਜਦੋਂ ਫਿਰ ਭਾਈ ਭਗੀਰਥ ਜੀ ਨੇ ਇਹ ਗੱਲ ਸੁਣੀ ਤੇ ਸੁਣ ਤੋਂ ਬਾਅਦ ਫਿਰ ਆਪਣੇ ਮਨ ਹੀ ਮਨ ਵਿਚਾਰ ਕਰਦੇ ਹਨ। ਵਿਆਹ ਸੋਜ ਲੈ ਕਰ ਸਬਰੂਰੀ, ਮਨ ਗਵਨੇ ਜੁਗ ਜਿਨ ਮਤ ਬੂਰੀ। ਉਹਨਾਂ ਨੇ ਉਹੇ ਵਾਲਾ ਚੂੜਾ ਜਿਹੜਾ ਮਨਸੁਖ ਦੇ ਘਰ ਪਿਆ ਸੀ ਉਹ ਨਾਲ ਰਿਹਾ, ਬਾਕੀ ਦਾ ਸਾਰਾ ਸਾਜੋ ਸਮਾਨ ਜੋ ਕੁਝ ਖਰੀਦਿਆ ਸੀ ਉਹ ਵੀ ਨਾਲ ਇਕੱਠਾ ਕਰ ਲਿਆ, ਤੇ ਦੋਵੇਂ ਜਾਣੇ ਜਿਹੜੇ ਸਨ ਉਹ ਲਾਹੌਰ ਤੋਂ ਸੁਲਤਾਨਪੁਰ ਵਾਲੇ ਪਾਸੇ ਨੂੰ ਆਪਣੇ ਰਾਹ ਪੈ ਗਏ ਹਨ। ਮਨਸੁ ਕਹਿ ਲਿਓ ਮੁਜਨਾਮਾ, ਕਰੇ ਵਾਹਨ ਜੀ ਸੁਖਧਾਮਾ। ਮਨਸੁਖ ਹੁਣ ਜਦੋਂ ਤੁਰਿਆ ਜਾ ਰਿਹਾ ਹੈ ਤੇ ਆਪਣੇ ਮਨ ਹੀ ਮਨ ਖਿਆਲ ਕਰਦਾ ਹੈ, ਮਨ ਵਿੱਚ ਵਿਚਾਰਾਂ ਘੜਦਾ ਹੈ। ਕੀ ਵਿਚਾਰ ਘੜਦਾ ਹੈ? ਕਹਿੰਦਾ ਮੈਂ ਕਿਵੇਂ ਮੰਨਾਂ ਵੀ ਗੁਰੂ ਪੂਰਾ ਹੋਵੇਗਾ, ਮੇਰੇ ਮਨ ਦੇ ਸ਼ੰਕੇ ਕਿਵੇਂ ਦੂਰ ਹੋ ਸਕਦੇ ਹੈ। ਫਿਰ ਮਨ ਵਿੱਚ ਖਿਆਲ ਕਰਦਾ, ਕਹਿੰਦਾ ਜੇ ਗੁਰੂ ਮੇਰਾ ਨਾਂ ਲੈ ਕੇ ਮੈਨੂੰ ਸੱਦ ਲਵੇ ਨਾ ਤੇ ਮੈਂ ਸਮਝ ਲਵਾਂਗਾ ਕਿ ਗੁਰੂ ਪੂਰਾ ਹੈ। ਦ੍ਰਿੜ ਪ੍ਰਤੀਤ ਉਰ ਮੈਂ ਜਾਗੇ, ਸਤ ਜਨਮ ਮੈਂ ਦੁਖ ਆਗੇ। ਕਹਿਣ ਲੱਗਿਆ ਜੇ ਗੁਰੂ ਨੇ ਮੇਰਾ ਨਾਮ ਲੈ ਕੇ ਮੈਨੂੰ ਸੱਦ ਲਿਆ ਤੇ ਮੈਂ ਸਮਝ ਜਾਵਾਂਗਾ ਕਿ ਸੱਚ ਜਾਣ ਲਵਾਂਗਾ ਕਿ ਗੁਰੂ ਬਹੁਤ ਸੱਚਾ ਹੈ, ਵਾਕਈ ਸਾਰੇ ਮੇਰੇ ਦੁੱਖ ਜਿਹੜੇ ਉਹ ਦੂਰ ਕਰ ਦੇਵੇਗਾ, ਦੁੱਖਾਂ ਦਾ ਨਾਸ਼ ਕਰਨ ਵਾਲਾ ਹੋਵੇਗਾ। ਇਦਾਂ ਕਰਕੇ ਦੋਵੇਂ ਜਾਣੇ ਗੱਲਾਂ ਬਾਤਾਂ ਕਰਦੇ, ਭਾਈ ਭਗੀਰਥ ਤੇ ਭਾਈ ਮਨਸੁਖ ਤੁਰੇ ਤੁਰੇ ਜਾਂਦੇ ਸੁਲਤਾਨਪੁਰ ਦੇ ਬਿਲਕੁਲ ਨੇੜੇ ਪਹੁੰਚ ਗਏ ਹਨ। ਜਿਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਮੋਦੀ ਖਾਨੇ ਦੇ ਵਿੱਚ ਬੈਠੇ ਹੋਏ ਸਨ, ਦੋਨੋਂ ਜਾਣੇ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣ ਵਾਸਤੇ ਮੋਦੀ ਖਾਨੇ ਵਿੱਚ ਪਹੁੰਚ ਗਏ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਸੁੰਦਰ ਨੇਤਰਾਂ ਦੇ ਨਾਲ ਵੇਖਿਆ ਹੈ, ਤੇ ਵੇਖਣ ਤੋਂ ਬਾਅਦ ਜਿਹੜੇ ਸਤਿਗੁਰੂ ਭਰਮਾਂ ਦਾ ਨਾਸ਼ ਕਰਨ ਵਾਲੇ ਹੈ ਉਹ ਆਪਣੇ ਪਾਵਨ ਮੁਖਾਰ ਬਿੰਦ ਤੋਂ ਬਚਨ ਉਚਾਰਨ ਕਰਦੇ ਹਨ। ਸਤਿਗੁਰੂ ਸਾਹਿਬ ਜੀ ਨੇ ਉਸ ਵਕਤ ਮੁਬਾਰਕ ਬਚਨ ਕਹੇ, ਆਓ ਭਗੀਰਥ ਜੀ ਤੁਸੀਂ ਪਾਰਿਉਪਕਾਰ ਦਾ ਕੰਮ ਕੀਤਾ, ਤੁਸੀਂ ਚੰਗਾ ਕੰਮ ਕੀਤਾ, ਕਿਉਂਕਿ ਇੱਕ ਗਰੀਬ ਦੀ ਬੱਚੀ ਦੇ ਵਾਸਤੇ ਸਾਰਾ ਸਾਜੋ ਸਮਾਨ ਇਕੱਠਾ ਕਰਕੇ ਲਿਆਂਦਾ ਹੈ, ਇੱਕ ਤੁਸੀਂ ਚੰਗਾ ਕੰਮ ਕੀਤਾ ਹੈ। ਤੇ ਦੂਸਰੇ ਪਾਸੇ ਸਤਿਗੁਰੂ ਨੇ ਪਹਿਲਾ ਨਾਮ ਭਾਈ ਭਗੀਰਥ ਜੀ ਦਾ ਲਿਆ, ਤੇ ਫਿਰ ਸਤਿਗੁਰੂ ਸਾਹਿਬ ਮਨਸੁਖ ਵਾਲੇ ਪਾਸੇ ਨੂੰ ਮੁੱਖ ਕਰਕੇ ਬੋਲਦੇ ਹੈ। ਕੀ ਕਹਿੰਦੇ ਨੇ? ਕਹਿੰਦੇ ਇਹ ਮਨਸੁਖ ਪਹਿਲਾਂ ਕੱਚਾ ਸੀ, ਹੁਣ ਉਹਨੇ ਸੱਚਾ ਨਾਮ ਜਿਹੜਾ ਉਹ ਧਾਰਨ ਕਰ ਲਿਆ ਹੈ। ਧਨ ਧਨ ਮਤ ਕੀਨ ਭ੍ਰਿੰਗਾ। ਕਹਿਣ ਲੱਗੇ ਕਿ ਇਦਾਂ ਕਰਕੇ ਪਹਿਲਾਂ ਇਹ ਬਹੁਤ ਸਾਰੇ ਕੱਚੇ ਪਿੱਲੇ ਲੋਕਾਂ ਦੇ ਕੋਲੋਂ ਜਾਂਦਾ ਰਿਹਾ, ਉੱਥੋਂ ਜਾ ਕੇ ਚੰਗੀ ਮੱਤ ਲੈਣ ਦਾ ਯਤਨ ਕਰਦਾ ਰਿਹਾ, ਪਰ ਇਹਨੂੰ ਚੰਗੀ ਮੱਤ ਉੱਥੋਂ ਪ੍ਰਾਪਤ ਨਹੀਂ ਹੋ ਸਕੀ। ਇਸੇ ਕਰਕੇ ਇਹ ਬਾਰ-ਬਾਰ ਆਪਣੇ ਰੂਪ ਵਟਾਉਂਦਾ ਵਟਾਉਂਦਾ ਹੁਣ ਇੱਥੋਂ ਤੱਕ ਪਹੁੰਚ ਗਿਆ ਹੈ। ਮਨੋ ਮਿਲਿਓ ਜਲ ਅਦਕ ਤਿਸਾਏ। ਮਨਸੁਖ ਰਸਤੇ ਚ ਆਉਂਦਾ ਇਹੀ ਤੇ ਸੋਚ ਰਿਹਾ ਸੀ ਕਿ ਮੈਂ ਗੁਰੂ ਨੂੰ ਗੁਰੂ ਤਾਂ ਮੰਨਾਂਗਾ ਜੇ ਗੁਰੂ ਮੇਰਾ ਨਾਮ ਲੈ ਕੇ ਪੁਕਾਰੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਾਂਦੇ ਨਾਮ ਲੈ ਕੇ ਪੁਕਾਰਿਆ ਮਨਸੁਖ, ਪਹਿਲਾਂ ਕੱਚਾ ਸੀ ਹੁਣ ਪੱਕਾ ਹੋ ਗਿਆ। ਤਾਂ ਅਜੇ ਇੰਨੀ ਉਹ ਗੱਲ ਕਹਿਣ ਦੀ ਦੇਰ ਸੀ, ਮਨਸੁਖ ਜਾ ਕੇ ਦੌੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਡਿੱਗ ਪਿਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜਾ ਕੇ ਚੰਬੜ ਗਿਆ।
ਕਵੀ ਸੰਤੋਖ ਸਿੰਘ ਜੀ ਨੇ ਇਸ ਪ੍ਰਕਾਰ ਲਿਖਿਆ। ਕਈ ਇਤਿਹਾਸਕ ਗ੍ਰੰਥਾਂ ਵਿੱਚ ਬਚਨ ਆਉਂਦਾ ਹੈ ਕਿ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਨਮੁਖ ਆਇਆ ਤੇ ਬਾਬੇ ਨੇ ਕਿਹਾ ਵੀ ਤੇਰਾ ਨਾਮ ਕੀ ਹੈ? ਕਹਿੰਦਾ ਜੀ ਮਨਸੁਖ। ਸਤਿਗੁਰੂ ਨੇ ਅਗਲਾ ਬਚਨ ਕਿਹਾ, ਕਹਿੰਦੇ ਨਾ ਹੀ ਇਕੱਲਾ ਮਨਸੁਖ ਹੈ ਕਿ ਕਦੇ ਮਨ ਦੇ ਸੁੱਖ ਨੂੰ ਮਾਣਿਆ ਵੀ ਹੈ? ਚਰਨਾਂ ਤੇ ਡਿੱਗ ਪਿਆ, ਕਹਿਣ ਲੱਗਿਆ ਬਾਬਾ ਨਾ ਹੀ ਇਕੱਲਾ ਮਨਸੁਖ ਹੀ, ਮਨ ਦਾ ਸੁੱਖ ਕਦੇ ਨਹੀਂ ਮਾਣਿਆ। ਮਨ ਦਾ ਸੁੱਖ ਮਾਣਨ ਵਾਸਤੇ ਤੇ ਤੇਰੀ ਸ਼ਰਨ ਵਿੱਚ ਆਇਆ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਸੱਚਮੁੱਚ ਉਹਨੂੰ ਸੁੱਖ ਦੀ ਦਾਤ ਜਿਹੜੀ ਬਖਸ਼ਿਸ਼ ਕੀਤੀ, ਮਨ ਦਾ ਟਿਕਾ ਆਇਆ, ਮਨ ਦੀ ਸ਼ਾਂਤੀ ਆਈ। ਇੱਦਾਂ ਕਰਕੇ ਕਵੀ ਸੰਤੋਖ ਸਿੰਘ ਕਹਿੰਦੇ ਜਦੋਂ ਸਤਿਗੁਰੂ ਨੇ ਨਾਮ ਲਿਆ ਫਿਰ ਉਹ ਚਰਨਾਂ ਦੇ ਉੱਪਰ ਡਿੱਗ ਪਿਆ ਹੈ। ਵਿਆਹ ਸੋਜ ਧਰ ਦੀਨ ਅਗਾਰੀ, ਬੌਰ ਭਗੀਰਥ ਗਿਰਾ ਵਿਚਾਰੀ। ਜਦੋਂ ਫਿਰ ਸਾਰਾ ਜਿਹੜਾ ਸਮਾਨ ਲੈ ਕੇ ਆਏ ਸੀ ਵਿਆਹ ਦਾ, ਉਹ ਸਾਰਾ ਸਮਾਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਨਮੁਖ ਰੱਖਿਆ ਹੈ ਤੇ ਭਾਈ ਭਗੀਰਥ ਜੀ ਨੇ ਆਪਣੇ ਪਾਵਨ ਮੁਖਾਰ ਬਿੰਦ ਤੋਂ ਬਚਨ ਕਹੇ ਹਨ। ਸਰਵਰਾਵਰ ਕੋ ਗਿਆਤਾ, ਕਹਿਨ ਮਨੇ ਨਾ ਮਮ ਸੁਖ ਦਾਤਾ। ਕਹਿਣ ਲੱਗੇ, ਕਹਿੰਦਾ ਸਤਿਗੁਰੂ ਮੈਂ ਕੀ ਦੱਸਾਂ ਆਪ ਜੀ ਨੂੰ, ਮੈਂ ਕਿਹੜਾ ਐਸਾ ਸ਼ਬਦ ਹੈ ਜੋ ਬੋਲ ਕੇ ਦੱਸਾਂ? ਆਪ ਤੇ ਸਾਰਾ ਕੁਝ ਜਾਣਦੇ ਹੋ, ਜਾਣੀ ਜਾਣ ਹੋ, ਤੁਸੀਂ ਸਾਰੇ ਸੁੱਖ ਦੇਣ ਵਾਲੇ ਹੋ, ਮੇਰਾ ਬੋਲਣਾ ਕੋਈ ਬਹੁਤਾ ਉਚਿਤ ਨਹੀਂ ਹੈ। ਨਾਮ ਪਵਿੱਤ ਪਾਵਨ ਸੁਨ ਸੁਨੇ, ਜੈ ਆਵਾ ਤੁਮਰੇ ਸਿੱਖ ਹੋਨੇ। ਕੀ ਆਖਦਾ ਹੈ ਭਾਈ ਭਗੀਰਥ? ਕਹਿੰਦਾ ਏ ਸਤਿਗੁਰੂ ਜੀ ਤੁਸੀਂ ਪਤ ਤੇ ਉਦਾਹਰਨ ਹੋ। ਪਤ ਦਾ ਭਾਵ ਹੁੰਦਾ ਹੈ, ਪਤ ਦਾ ਭਾਵ ਹੁੰਦਾ ਇੱਜ਼ਤ, ਕਿਰਦਾਰ। ਤੇ ਜਦੋਂ ਅੱਗੇ ਘੋਰ ਤੱਤਾ ਲੱਗ ਜਾਵੇ, ਪਤਤ ਭਾਵ ਆਪਣੇ ਕਿਰਦਾਰ ਤੋਂ ਡਿੱਗਿਆ ਹੋਇਆ ਬੰਦਾ। ਤੇ ਗੁਰੂ ਦਾ ਸੁਭਾਅ ਕੀ ਹੈ? ਉਹ ਪਤ ਤੇ ਉਦਾਹਰਨ, ਉਹ ਪਤਤਾਂ ਦਾ ਉਧਾਰ ਕਰਨ ਵਾਲਾ ਗੁਰੂ ਹੈ। ਤੇ ਇਹੀ ਗੱਲ ਭਾਈ ਭਗੀਰਥ ਕਹਿੰਦਾ, ਸਤਿਗੁਰੂ ਤੁਸੀਂ ਪਤ ਤੇ ਉਦਾਹਰਨ ਹੋ, ਤੁਸੀਂ ਜੀਵਾਂ ਨੂੰ ਪਵਿੱਤਰ ਕਰਨ ਵਾਲੇ ਹੋ। ਤੇ ਮੈਂ ਆਪ ਜੀ ਨੂੰ ਫਿਰ ਵੀ ਬੇਨਤੀ ਕਰਾਂ, ਇਹ ਮਨਸੁਖ ਜਿਹੜਾ ਮੇਰੇ ਨਾਲ ਆਇਆ, ਇਹ ਆਪ ਜੀ ਦਾ ਸਿੱਖ ਬਣਨ ਵਾਸਤੇ ਆਇਆ ਹੈ। ਗੁਰੂ ਕਾ ਤਿਨ ਕੀ ਸਨਮਾਨਾ, ਬੋਰੇ ਕਾਰ ਲਿਓ ਮਰਦਾਨਾ। ਸਤਿਗੁਰੂ ਸਾਹਿਬ ਜੀ ਨੇ ਦੋਨਾਂ ਦਾ ਬੜਾ ਸਤਿਕਾਰ ਕੀਤਾ, ਮਾਨ ਦੇ ਨਾਲ ਬਿਠਾਇਆ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਸੱਦਾ ਭੇਜਿਆ ਹੈ। ਵਿਆਹ ਸੇਜ ਦੀਨੀ ਕਰ ਪੂਰੀ, ਹਰ ਬਤ ਪਿਓ ਬਲੋਕਤ ਰੂਰੀ। ਕਵੀ ਸੰਤੋਖ ਸਿੰਘ ਕਹਿੰਦੇ ਫਿਰ ਜਦੋਂ ਮਰਦਾਨਾ ਜੀ ਆਏ, ਉਹਨਾਂ ਨੇ ਆਣ ਕੇ ਸਾਰਾ ਵਿਆਹ ਦਾ ਸਮਾਨ ਦੇਖਿਆ, ਸਾਰਾ ਹੀ ਸਮਾਨ ਆ ਗਿਆ। ਭਾਈ ਮਰਦਾਨਾ ਜੀ ਜਿਹੜੇ ਸਨ ਉਹ ਬੜੇ ਪ੍ਰਸੰਨ ਹੁੰਦੇ ਹਨ। ਕਵੀ ਸੰਤੋਖ ਸਿੰਘ ਕਹਿੰਦੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਕੋਲੋਂ ਹੋਰ ਵੀ ਧਨ ਜਿਹੜਾ ਸੀ ਨਾ, ਉਹ ਮਰਦਾਨੇ ਨੂੰ ਦਿੱਤਾ। ਵਿਆਹ ਵਾਸਤੇ ਹਰ ਤਰ੍ਹਾਂ ਦੀ ਜੋ ਉਹਨੂੰ ਜ਼ਰੂਰਤ ਚਾਹੀਦੀ ਸੀ, ਸਤਿਗੁਰੂ ਨੇ ਉਹਦੀ ਪੂਰੀ ਕੀਤੀ। ਜਿੱਥੇ ਸਾਜੋ ਸਮਾਨ ਲਿਆ ਕੇ ਦਿੱਤਾ, ਹਰ ਚੀਜ਼ ਹਰ ਵਸਤੂ ਲਿਆ ਕੇ ਦਿੱਤੀ, ਉੱਥੇ ਸਤਿਗੁਰੂ ਨੇ ਧਨ ਵੀ ਦਿੱਤਾ ਕਿ ਵਿਆਹ ਦੇ ਵਿੱਚ ਧਨ ਦੀ ਵੀ ਲੋੜ ਪੈ ਸਕਦੀ ਹੈ। ਇਹ ਸਾਰਾ ਕੁਝ ਦੇ ਕੇ ਸਤਿਗੁਰੂ ਨੇ ਮਰਦਾਨੇ ਨੂੰ ਤੋਰਿਆ ਤੇ ਮਰਦਾਨਾ ਖੁਸ਼ੀ ਖੁਸ਼ੀ ਤਲਵੰਡੀ ਵਾਲੇ ਪਾਸੇ ਨੂੰ ਤੁਰ ਪੈਂਦਾ ਹੈ। ਜਾ ਕੇ ਤਲਵੰਡੀ ਦੇ ਵਿੱਚ ਉਹਨੇ ਫਿਰ ਬੜਾ ਜਸ ਗਾਇਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ। ਇੰਨਾ ਕੋ ਜਸ ਕੀਤਾ ਕਿ ਪੁਕਾਰ ਪੁਕਾਰ ਕੇ ਲੋਕਾਂ ਨੂੰ ਦੱਸਦਾ ਏ ਕਿ ਸਤਿਗੁਰੂ ਨੇ ਖੁੱਲੇ ਦਿਲ ਦੇ ਨਾਲ ਮੇਰੀ ਬਹੁਤ ਜ਼ਿਆਦਾ ਮਦਦ ਕੀਤੀ ਹੈ। ਮੇਰੀ ਬੱਚੀ ਦੇ ਵਿਆਹ ਵਾਸਤੇ ਹਰ ਤਰ੍ਹਾਂ ਦੀ ਮੇਰੀ ਜ਼ਰੂਰਤ ਜੋ ਹੈ ਉਹ ਸਤਿਗੁਰੂ ਨੇ ਪੂਰੀ ਕੀਤੀ ਹੈ। ਉਧਰ ਭਾਈ ਮਨਸੁਖ ਜਿਹੜਾ ਸੀ 2 ਦਿਨ ਸੁਲਤਾਨਪੁਰ ਦੇ ਵਿੱਚ ਰਹਿੰਦਾ ਹੈ ਤੇ ਜਦੋਂ ਰੋਜ਼ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਸੁਣਦਾ ਹੈ, ਜਦੋਂ ਰੋਜ਼ ਸਤਿਗੁਰੂ ਦੇ ਦਿਦਾਰੇ ਕਰਦਾ ਹੈ ਤੇ ਉਹਦੇ ਮਨ ਵਿੱਚ ਦਿਨੋਂ ਦਿਨ ਸਤਿਗੁਰੂ ਦੇ ਪ੍ਰਤੀ ਪ੍ਰੀਤ ਵੱਧਦੀ ਜਾਂਦੀ ਹੈ। ਸ਼ਰਧਾ ਜਿਹੜੀ ਹੈ ਉਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਕਵੀ ਸੰਤੋਖ ਸਿੰਘ ਕਹਿੰਦੇ ਇੱਕ ਦਿਨ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਹੋਏ ਸਨ। ਮਨਸੁਖ ਨੇ ਆਣ ਕੇ ਚਰਨਾਂ ਤੇ ਨਮਸਕਾਰ ਕੀਤੀ ਹੈ ਤੇ ਹੱਥ ਜੋੜ ਕੇ ਬੰਦਨਾ ਕਰਕੇ ਫਿਰ ਇੱਕ ਬਚਨ ਆਖਦਾ ਹੈ, ਭਾਵ ਆਪਣੇ ਮੁਖ ਤੋਂ ਬੋਲਦਾ ਹੈ। ਕਵੀ ਸੰਤੋਖ ਸਿੰਘ ਕਹਿੰਦੇ ਕੀ ਆਖਦਾ ਹੈ? ਮਨਸੁਖ ਬੇਨਤੀ ਕਰਕੇ ਆਖਦਾ ਹੈ, ਕਹਿੰਦਾ ਸਤਿਗੁਰੂ ਆ ਸੰਸਾਰ ਜਿਹੜਾ ਹੈ ਨਾ, ਇਹ ਵਿਸ਼ੇ ਵਿਕਾਰਾਂ ਦੇ ਵਿੱਚ ਪਿਆ ਹੋਇਆ, ਇਹ ਤੇ ਅਗਿਆਨਤਾ ਦੇ ਵਿੱਚ ਪਿਆ, ਹਨੇਰੇ ਦੇ ਵਿੱਚ ਪਿਆ ਹੋਇਆ ਖੂਹ ਦੇ ਵਿੱਚ ਡਿੱਗਦਾ ਜਾ ਰਿਹਾ ਹੈ। ਤੇ ਮੈਨੂੰ ਕਿਰਪਾ ਕਰੋ
ਆਪ ਰਹਿਮਤ ਕਰਕੇ ਮੈਨੂੰ ਇਹ ਸੰਸਾਰ ਸਮੁੰਦਰ ਦੇ ਵਿੱਚੋਂ ਡੁੱਬਣ ਤੋਂ ਜਿਹੜਾ ਉਹ ਤੁਸੀਂ ਬਚਾ ਲਵੋ। ਜਿਸ ਬਾਸੁਰ ਜਿਸ ਮੈਂ ਦੁਖ ਭਾਰੀ ਆਤਿਸ਼ਨਾਨ ਸ਼ਾਤ ਨਿਹਾਰੀ। ਕੀ ਆਖਦਾ ਹੈ? ਕਹਿੰਦਾ ਸਤਿਗੁਰੂ ਸਾਰੇ ਪਾਸੇ ਲੋਭ ਮੋਹ ਹੰਕਾਰ ਦੀਆਂ ਤਰੰਗਾਂ, ਚਾਰੇ ਪਾਸੇ ਵਿਸ਼ੇ ਵਕਾਰ, ਇਹਨਾਂ ਦੇ ਵਿੱਚੋਂ ਬਚਣਾ ਕੋਈ ਸੌਖੀ ਬਾਤ ਨਹੀਂ ਹੈ। ਇਹੀ ਮੁਬਾਰਕ ਬਚਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਵੀ ਆਪਾਂ ਰੋਜ਼ ਪੜ੍ਹਦੇ ਹਾਂ, ਸੋਦਰ ਦੇ ਵਿੱਚ ਕਹੇ ਨੇ ਕਿ ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕਜ ਮੋਹ ਪੱਗ ਨਹੀਂ ਚਾਲੇ ਹਮ ਦੇਖਾਂ ਤਹ ਡੁੱਬੀ ਅਲੇ। ਸਤਿਗੁਰੂ ਕਹਿੰਦੇ ਆਹ ਸੰਸਾਰ ਜਿਹੜਾ ਸਮੁੰਦਰ ਹੈ ਤੇ ਇਹਦੇ ਵਿੱਚ ਅੱਗ ਵੀ ਹੈ, ਪਾਣੀ ਵੀ ਹੈ, ਭਾਵ ਤ੍ਰਿਸ਼ਨਾ ਦੀ ਅੱਗ ਹੈ, ਮੋਹ ਦਾ ਚਿੱਕੜ ਹੈ, ਇਹਦੇ ਵਿੱਚ ਤੁਰਿਆ ਥੋੜ੍ਹੀ ਜਾਂਦਾ ਹੈ। ਤੇ ਬਾਬਾ ਕਹਿੰਦਾ ਮੇਰੇ ਨੇਤਰਾਂ ਨਾਲ ਵੇਖੋ, ਪਤਾ ਨਹੀਂ ਕਿੰਨੇ ਡੁੱਬ ਗਏ ਸੰਸਾਰ ਰੂਪੀ ਇਸ ਚਿੱਕੜ ਦੇ ਵਿੱਚ, ਇਸ ਭਵਜਲ ਦੇ ਵਿੱਚ। ਤੇ ਬਚਾ ਕੌਣ ਸਕਦਾ? ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ। ਕੇਵਲ ਤਾਰ ਸਕਦਾ ਹੈ ਤੇ ਪ੍ਰਮਾਤਮਾ ਗੁਰੂ ਤਾਰ ਸਕਦਾ ਹੈ। ਇਹੀ ਬੇਨਤੀ ਭਾਈ ਮਨਸੁਖ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਕਰਦਾ ਹੈ। ਮੈਂ ਸ਼ਰਨ ਤਿਹਾਰੀ ਉਹਦੇ ਸ਼ੀਲਾ ਕਰ ਅਧਿਕਾਰੀ। ਕਹਿੰਦਾ ਸਤਿਗੁਰੂ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ, ਮੈਨੂੰ ਸ਼ਰਨ ਵਿੱਚ ਆਏ ਨੂੰ ਰੱਖ ਲੈ, ਸ਼ਰਨ ਵਿੱਚ ਆਏ ਨੂੰ ਬਚਾ ਲੈ, ਤੇ ਮੈਨੂੰ ਆਪਣਾ ਸੇਵਕ ਜਾਣ ਕੇ ਕੋਈ ਸੱਚ ਦਾ ਉਪਦੇਸ਼ ਦੇ ਦਿਓ। ਬੋਲੇ ਬਾਣੀ ਗਾਦੇ ਨੀਰਜ ਨਾ ਮੈਂ ਸਾਨੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਆਪਣੇ ਪਾਵਨ ਮੁਖਾਰ ਬਿੰਦ ਤੋਂ ਬੋਲਦੇ ਐ, ਮੁਬਾਰਕ ਬਚਨ ਉਚਾਰਨ ਕਰਦੇ ਐ। ਤੇ ਸਤਿਗੁਰੂ ਸਾਹਿਬ ਜੀ ਕੀ ਆਖਦੇ ਹਨ? ਜਿਸ ਸਥਾਨ ਹਉਮੈ ਮਨ ਧਾਰੀ ਮਮ ਘਰ ਮਮ ਬਨ ਮਮ ਸੁਤ ਨਾਰੀ। ਕਵੀ ਸੰਤੋਖ ਸਿੰਘ ਕਹਿੰਦੇ ਸਤਿਗੁਰੂ ਨੇ ਕੀ ਕਿਹਾ? ਮਹਾਰਾਜ ਕਹਿੰਦੇ ਜਿੱਥੇ ਮਨ ਵਿੱਚ ਹਉਮੈ ਹੋਏਗੀ ਨਾ ਉੱਥੇ ਸ਼ਾਂਤੀ ਨਹੀਂ ਆ ਸਕਦੀ, ਉੱਥੇ ਟਿਕਾ ਨਹੀਂ ਆ ਸਕਦੀ। ਹਉਮੈ ਨਾਲ ਭਰਿਆ ਹੋਇਆ ਬੰਦਾ ਤੇ ਗਲੀ ਦੇ ਵਿੱਚੋਂ ਲੰਘਦਾ ਜਾਵੇ ਤੇ ਉਹਦੇ ਅੰਦਰ ਸ਼ਾਂਤੀ ਨਹੀਂ ਹੁੰਦੀ, ਟਿਕਾ ਨਹੀਂ ਹੁੰਦਾ ਕਿ ਮੈਨੂੰ ਕਿਸੇ ਨੇ ਝੁੱਕ ਕੇ ਸਲਾਮ ਕੀਤੀ ਹੈ, ਕਿਸੇ ਨੇ ਕਵਾਇਆ, ਮੈਨੂੰ ਕਿਸੇ ਨੇ ਦੇਖਿਆ। ਉਹਦੇ ਅੰਦਰ ਹਉਮੈ ਹੀ ਚੱਲੀ ਜਾਂਦੀ ਹੈ। ਸਤਿਗੁਰੂ ਕਹਿੰਦੇ ਜਿੱਥੇ ਹਉਮੈ ਉੱਥੇ ਟਿਕਾ ਨਹੀਂ, ਉੱਥੇ ਸ਼ਾਂਤੀ ਨਹੀਂ, ਉੱਥੇ ਪ੍ਰਮਾਤਮਾ ਨਹੀਂ ਹੋ ਸਕਦਾ। ਕਹਿਣ ਲੱਗੇ ਆ ਜਿਹੜਾ ਬੰਦਾ ਸਮਝਦਾ ਹੈ ਕਿ ਆ ਜਿਹੜੀਆਂ ਸੰਸਾਰ ਦੀਆਂ ਚੀਜ਼ਾਂ, ਸੰਸਾਰ ਦੇ ਧਨ ਪਦਾਰਥ, ਇਹ ਮੇਰੇ ਘੋੜੇ ਨੇ, ਇਹ ਸਾਰਾ ਕੁਝ ਸਾਜੋ ਸਮਾਨ ਇਕੱਠਾ ਕੀਤਾ, ਕਹਿਣ ਲੱਗੇ ਇਹ ਬੰਦੇ ਦੇ ਸਾਥੀ ਨਹੀਂ ਹੈ, ਇਹ ਸਾਥ ਦੇਣ ਵਾਲੇ ਨਹੀਂ ਹੈ। ਬੰਦੇ ਦੀਆਂ ਜ਼ਰੂਰਤਾਂ ਹੋ ਸਕਦੀਆਂ ਹੈ ਪਰ ਸਾਥੀ ਨਹੀਂ ਹੋ ਸਕਦੇ। ਕਵੀ ਸੰਤੋਖ ਸਿੰਘ ਕਹਿੰਦੇ ਸਤਿਗੁਰੂ ਉਪਦੇਸ਼ ਦੇ ਰਹੇ ਨੇ। ਕੀ ਕਹਿੰਦੇ? ਮਨਸੁਖ ਆ ਜਿਹੜੀਆਂ ਚੀਜ਼ਾਂ ਬੰਦਾ ਆਪਣੇ ਮਨ ਵਿੱਚ ਧਾਰਨ ਕਰ ਛੱਡਦਾ ਨਾ, ਮਮਤਾ ਦੇ ਵਸ ਹੋ ਕੇ, ਮੋਹ ਦੇ ਵਸ ਹੋ ਕੇ, ਇਹ ਸਾਰੀਆਂ ਚੀਜ਼ਾਂ ਬੰਦੇ ਵਾਸਤੇ ਦੁੱਖਾਂ ਦਾ ਕਾਰਨ ਬਣਦੀਆਂ ਹਨ। ਕਹਿਣ ਲੱਗੇ ਮੋਹ ਦੇ ਵਿੱਚ ਪੈ ਕੇ ਬੰਦਾ ਜਿਹੜਾ ਹੈ ਉਹ ਦਿਨ ਰਾਤ ਖੁਆਰ ਹੁੰਦਾ, ਉਹਦੀਆਂ ਵਾਸ਼ਨਾਵਾਂ, ਉਹਦੀ ਤ੍ਰਿਸ਼ਨਾ ਵੱਧਦੀ ਜਾਂਦੀ, ਵੱਧਦੀ ਜਾਂਦੀ। ਕਹਿਣ ਲੱਗੇ ਫਿਰ ਬੰਦਾ ਜਿਹੜਾ ਐਵੇਂ ਬੰਧਨਾਂ ਦੇ ਵਿੱਚ ਵੱਜਦਾ ਜਾਂਦਾ ਹੈ, ਤੇ ਬੰਦਾ ਜਿਹੜਾ ਜਦੋਂ ਬੰਧਨਾਂ ਦੇ ਵਿੱਚ ਵੱਜਾ ਹੋਵੇ, ਫਸਿਆ ਹੋਵੇ, ਤੇ ਫਿਰ ਉਹ ਦਿਨ ਰਾਤ ਕਸ਼ਟ ਸਹਾਰਦਾ ਹੈ, ਦੁੱਖ ਸਹਾਰਦਾ ਹੈ। ਕਹਿੰਦੇ ਹਉਮੈ ਦੇ ਕਰਕੇ ਬੰਦਾ ਜਿਹੜਾ ਬਾਰ-ਬਾਰ ਜੰਮਦਾ ਹੈ, ਬਾਰ-ਬਾਰ ਮਰਦਾ ਹੈ, ਤੇ ਹੰਕਾਰ ਦੇ ਕਰਕੇ ਸਾਰੇ ਭੁਲੇਖਿਆਂ ਦੇ ਵਿੱਚ ਪਿਆ ਰਹਿੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਵੀ ਮੁਬਾਰਕ ਬਚਨ ਕਰਦੇ। ਉਹ ਕਹਿੰਦੇ ਬੰਦਾ ਜੰਮਦਾ ਤੇ ਮਰਦਾ ਕਿਵੇਂ ਹੈ? ਉਹ ਕਹਿੰਦੇ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਵੇ। ਵਾਸ਼ਨਾਵਾਂ ਦੇ ਵਿੱਚ, ਆਪਣੀਆਂ ਤ੍ਰਿਸ਼ਨਾਵਾਂ ਦੇ ਵਿੱਚ ਬੱਝਾ ਹੋਇਆ ਬੰਦਾ ਬਾਰ-ਬਾਰ ਜੰਮਦਾ ਤੇ ਮਰਦਾ ਰਹਿੰਦਾ ਹੈ। ਸਤਿਗੁਰੂ ਕਹਿੰਦੇ ਨੇ ਮਨਸੁਖ ਬੰਦਾ ਹਉਮੈ ਕਰਕੇ ਜੰਮਦਾ ਮਰਦਾ ਹੈ। ਕਹਿਣ ਲੱਗੇ ਜੇ ਤੂੰ ਹਉਮੈ ਦਾ ਤਿਆਗ ਕਰਕੇ ਸਤਨਾਮ ਨੂੰ ਪ੍ਰੇਮ ਦੇ ਨਾਲ ਜੇ ਤੂੰ ਚਿੱਤ ਦੇ ਵਿੱਚ ਧਾਰਨ ਕਰੇ, ਭਾਵ ਉਹਦਾ ਜਾਪ ਕਰੇ, ਮਾਨੋ ਪ੍ਰਭ ਕਾ ਭਾਣਾ ਮੀਠਾ ਜਾਨੋ ਸਦਾ ਆਪਨੋ ਈਠਾ। ਕਹਿਣ ਲੱਗੇ ਪ੍ਰਭੂ ਦਾ ਭਾਣੇ ਨੂੰ ਮਿੱਠਾ ਕਰਕੇ ਮੰਨ, ਤੇ ਪ੍ਰਮਾਤਮਾ ਦਾ ਭਾਣਾ, ਪ੍ਰਮਾਤਮਾ ਦਾ ਨਾਮ ਹੀ ਜਿਹੜਾ ਸਦਾ ਸਹਾਇਤਾ ਕਰਨ ਵਾਲਾ ਹੈ। ਕਹਿਣ ਲੱਗੇ ਜਿਹੜਾ ਸਾਰਿਆਂ ਦਾ ਭਲਾ ਕਰਦਾ ਹੈ, ਫਿਰ ਪ੍ਰਮਾਤਮਾ ਜਿਹੜਾ ਹੈ ਨਾ ਫਿਰ ਉਹਦਾ ਭਲਾ ਕਰਦਾ ਹੈ, ਭਾਵ ਉਹਨੂੰ ਕੋਈ ਦੋਸ਼ ਨਹੀਂ ਲੱਗਣ ਦਿੰਦਾ। ਕਹਿਣ ਲੱਗੇ ਹਉਮੈ ਦਾ ਤਿਆਗ ਕਰ, ਆਪਣੀ ਸੁਰਤੀ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜੋੜ, ਫਿਰ ਤੂੰ ਪਵਿੱਤਰ ਹੋ ਜਾਏਗਾ।
ਸ਼ਾਂਤ ਪਾਏ ਮਨ ਹੈ ਸੁਖ ਰਾਸਾ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਨ ਸੁਖ ਪਰਮਾਤਮਾ ਜੀ ਦੇ ਨਾਮ ਨੂੰ ਚੇਤੇ ਵਿੱਚ ਵਸਾ, ਫਿਰ ਬਹੁਤ ਸਾਰੀ ਸ਼ਾਂਤੀ ਜਿਹੜੀ ਉਹ ਪ੍ਰਾਪਤ ਹੋ ਜਾਵੇਗੀ। ਤੇ ਸੰਸਾ ਕੋ ਜਗਤ ਕੋ ਬੰਧਨ ਤੇ ਸਭ ਖੋ। ਨਾਮ ਜਪਣ ਦੇ ਨਾਲ ਹੀ ਜਿਹੜਾ ਹੈ ਉਹ ਬੰਦੇ ਦੇ ਅੰਦਰ ਦੇ ਸਾਰੇ ਸ਼ੰਕੇ ਤੇ ਭਰਮ ਜਿਹੜੇ ਉਹ ਨਾਸ ਹੋ ਜਾਂਦੇ ਹੈ, ਤੇ ਮਨੁੱਖ ਜਿਹੜਾ ਹੈ ਉਹ ਇਹਨਾਂ ਸਾਰੇ ਵਿਸ਼ੇ ਵਿਕਾਰਾਂ ਤੋਂ ਬਚ ਜਾਂਦਾ ਹੈ, ਬੰਧਨਾਂ ਤੋਂ ਵੀ ਜਿਹੜਾ ਉਹ ਮੁਕਤ ਹੋ ਜਾਂਦਾ ਹੈ। ਮਨ ਸੁਖ ਪਾਇਆ ਸ੍ਰੀ ਗੁਰੂ ਭਾਖਣ ਦੇ ਲਾਇਆ। ਕਵੀ ਸੰਤੋਖ ਸਿੰਘ ਕਹਿੰਦੇ ਨੇ ਐਵੇਂ ਕਰਕੇ ਫਿਰ ਭਾਈ ਮਨਸੁਖ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਸੁਣੇ ਤੇ ਸੁਣ ਕੇ ਬਹੁਤ ਸਾਰੀ ਮਨ ਦੀ ਸ਼ਾਂਤੀ ਸੁਖ ਜਿਹੜੇ ਸਾਨੂੰ ਪ੍ਰਾਪਤ ਕਰ ਲਏ ਹਨ। ਬਹੁਤ ਦਿਨ ਸੁਲਤਾਨਪੁਰ ਦੇ ਵਿੱਚ ਰਹਿ ਕੇ ਉਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਬਚਨ ਸਰਵਣ ਕੀਤੇ, ਆਪਣੇ ਮਨ ਦੀ ਅਗਿਆਨਤਾ ਜਿਹੜੀ ਸੀ ਉਹਦਾ ਨਾਸ਼ ਕਰ ਦਿੱਤਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨ ਦਿਨ ਰਾਤ ਪੜ੍ਹਦਾ ਹੈ, ਵਿਚਾਰਦਾ ਹੈ ਤੇ ਪਿਆਰ ਦੇ ਨਾਲ ਆਪਣੇ ਅੰਦਰ ਜਿਹੜਾ ਧਾਰਨ ਕਰਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਿਨ ਰਾਤ ਦਰਸ਼ਨ ਕਰਦਾ ਹੈ, ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲਦਾ ਹੈ ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਆਰਾਧਨਾ ਕਰਦਾ ਹੈ, ਉਹਨਾਂ ਦੀ ਸ਼ਰਨ ਵਿੱਚ ਰਹਿੰਦਾ ਹੈ। ਕਵੀ ਸੰਤੋਖ ਸਿੰਘ ਕਹਿੰਦੇ ਮਨਸੁਖ ਦੇ ਮਨ ਵਿੱਚ ਫਿਰ ਪੱਕੀ ਇੱਕ ਜਿਹੜੀ ਹੈ ਨਾ ਉਹ ਦ੍ਰਿੜ ਨਿਸ਼ਚਾ ਜਿਹੜੀ ਸੀ ਉਹ ਵੱਜ ਚੁੱਕੀ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਤੀ। ਕਹਿਣ ਲੱਗੇ ਇਦਾਂ ਕਰਕੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦਾ, ਪਰਮਾਤਮਾ ਦੇ ਨਾਮ ਨੂੰ ਜਪਦਾ, ਸਤਿਗੁਰੂ ਦੇ ਚਰਨਾਂ ਦੇ ਉੱਪਰ ਆਣ ਕੇ ਪਾਵਨ ਫੁੱਲ ਚੜਾ ਕੇ ਜਿਹੜਾ ਸਤਿਗੁਰੂ ਦੀ ਪੂਜਾ ਕਰਦਾ ਹੈ। ਕਹਿਣ ਲੱਗੇ ਫਿਰ ਐਵੇਂ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਨਮਸਕਾਰ ਕਰਦਾ ਹੈ। ਕੁਝ ਦਿਨ ਰਹਿਣ ਤੋਂ ਬਾਅਦ ਉਹ ਫਿਰ ਜਿਹੜਾ ਵਾਪਸ ਲਾਹੌਰ ਦੇ ਵਿੱਚ ਚਲਾ ਜਾਂਦਾ ਹੈ। ਬਹੁਤ ਵੱਡਾ ਵਪਾਰੀ ਸੀ ਭਾਈ ਮਨਸੁਖ, ਲਾਹੌਰ ਦਾ ਰਹਿਣ ਵਾਲਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ